ਸਤਿ ਸ਼੍ਰੀ ਅਕਾਲ ਜੀ। मैं हाँ हरकिरत सिंह बल ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਸਮੇਂ ਵਿੱਚ। ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ ਜੋ ਕਿ 2019 ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਰੂਪ ਤੇ ਆਪਣਾ ਧਾਰਨੇ ਨੇ ਕੀਤਾ ਸੀ ਰੂਪ। ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਵਾਇਰਸ ਕਾਰਨ। ਦੁਨੀਆ ਇੱਦਾਂ ਲੱਗ ਰਹੀ ਸੀ ਜਿਵੇਂ ਇੱਕ ਸਮੇਂ ਤਾਂ ਥੰਮ ਹੀ ਗਏ ਸੀ। ਸਾਰੇ ਲੋਕੀ ਭੈਭੀਤ ਹੋ ਗਏ ਸਨ ਕਿਉਂਕਿ ਸਹਿਮ ਹੀ ਇੰਨਾ ਬਣ ਗਿਆ ਸੀ ਇਸ ਵਾਇਰਸ ਦਾ। ਪਰ ਕਹਿੰਦੇ ਨੇ ਕਿ ਉਮੀਦ ਤੇ ਦੁਨੀਆ ਕਾਇਮ ਹੈ, ਦੁਨੀਆ ਅੱਗੇ ਵਧੀ। ਇਸ ਦਾ ਇਲਾਜ ਵੈਕਸੀਨ, ਇਸ ਦਾ ਜੋ ਵੈਕਸੀਨ ਹੈ ਉਹ ਪੇਸ਼ ਹੋਈ ਹੈ ਨਵੇਂ ਰੂਪ ਦੇ ਵਿੱਚ। ਅੱਜ ਅਸੀਂ ਇਸ ਵਿਸ਼ੇ 'ਤੇ ਹੀ ਗੱਲ ਕਰਾਂਗੇ ਕਿ ਕੀ ਉਮੀਦ ਬਣੀ ਹੈ ਵੈਕਸੀਨ ਦੇ ਸੰਬੰਧ ਵਿੱਚ ਗੱਲ ਕਰਾਂਗੇ। ਕੀ ਰਾਹਤ ਮਿਲੀ ਹੈ, ਕਰੋਨਾ ਤੋਂ ਰਾਹਤ ਮਿਲ ਸਕਦੀ ਹੈ, ਭਵਿੱਖ ਵਿੱਚ ਕੀ ਹੋਵੇਗਾ ਕਰੋਨਾ ਦਾ। ਇਹਦੇ ਬਾਰੇ ਗੱਲਬਾਤ ਕਰਨ ਲਈ ਸਟੂਡੀਓ ਸਾਡੇ ਨਾਲ ਮੌਜੂਦ ਨੇ ਡਾਕਟਰ HK ਖਰਵੰਦਾ ਜੀ ਜੋ ਕਿ ਐਕਸ ਅਸਿਸਟੈਂਟ ਪ੍ਰੋਫੈਸਰ ਰਹਿ ਚੁੱਕੇ ਨੇ। ਡਾਕਟਰ ਸਾਹਿਬ ਦਾ ਬਹੁਤ ਤਜਰਬਾ ਹੈ BP, ਹਾਰਟ, ਡਾਇਬਟੀਜ਼, थायराइड, PCOD, किडनी, माइग्रेन, ਸਰਵਾਈਕਲ, ਸਕਿਨ ਆਦਿ ਅਨੇਕਾਂ ਰੋਗਾਂ ਦਾ ਤਜਰਬਾ ਬਹੁਤ ਹੈ। ਡਾਕਟਰ ਸਾਹਿਬ ਨੂੰ ਬਹੁਤ ਜ਼ਿਆਦਾ ਤਜਰਬਾ ਡਾਕਟਰ ਸਾਹਿਬ ਕੋਲ ਇਹਨਾਂ ਬਿਮਾਰੀਆਂ ਦਾ। ਅਸੀਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਜਿਵੇਂ ਕਿ ਇੱਕ ਆਸ ਬੰਨੀ ਗਈ ਹੈ, ਵੱਜੀ ਗਈ ਹੈ ਕਰੋਨਾ ਦੀ ਜਿਹੜੀ ਵੈਕਸੀਨ ਹੈ ਉਹਦੇ ਸੰਬੰਧ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਭਾਰਤ ਦੇ ਵਿੱਚ ਹੁਣ ਕਰੋਨਾ ਦੀ ਸਥਿਤੀ ਕੀ ਹੈ। ਦੇਖੋ ਜੀ, ਭਾਰਤ 'ਚ ਇਸ ਵਕਤ 1 ਕਰੋੜ ਤੋਂ ਅਸੀਂ ਸੰਖਿਆ ਪਾਰ ਕਰ ਚੁੱਕੇ ਹਾਂ ਕਰੋਨਾ ਵਾਇਰਸ ਦੇ ਸੰਕਰਮਿਤ ਲੋਕਾਂ ਦੀ। ਲੇਕਿਨ ਇਹਦੇ 'ਚੋਂ ਵੱਡੀ ਜਨਸੰਖਿਆ ਠੀਕ ਹੋ ਕੇ ਰਿਕਵਰ ਹੋ ਚੁੱਕੀ ਹੈ। ਇਹ ਚੰਗੀ ਖਬਰ ਹੈ। तो लगभग सिर्फ 1.5 ਲੱਖ ਦੇ ਕਰੀਬ ਸਾਡੀਆਂ ਮੌਤਾਂ ਹੋਈਆਂ ਨੇ। ਸੋ ਜਿਹੜਾ ਡੈਥ ਰੇਟ ਹੈ ਜੇ ਅਸੀਂ ਉਹਨੂੰ ਇੰਟਰਨੈਸ਼ਨਲੀ ਕੰਪੇਅਰ ਕਰੀਏ ਤੇ ਉਹ ਘੱਟ ਹੈ। ਤੇ ਪਿਛਲੇ ਲਗਭਗ 10 ਦਿਨਾਂ ਤੋਂ ਇੱਕ ਰਾਹਤ ਦੀ ਹੋਰ ਖਬਰ ਹੈ ਕਿ ਜਿਹੜਾ ਸਾਡਾ ਗ੍ਰਾਫ ਪਹਿਲਾਂ ਬਹੁਤ ਤੇਜ਼ੀ ਨਾਲ ਵਧ ਰਿਹਾ ਸੀ ਉਹ ਥੋੜਾ ਥੰਮ ਗਿਆ ਹੈ। ਹੁਣ ਅਸੀਂ ਇੱਕ ਸਟੇਬਲ ਕੰਡੀਸ਼ਨ ਤੇ ਹਾਂ। ਸਾਡਾ ਗ੍ਰਾਫ ਬਿਲਕੁਲ ਸਟੇਬਲ ਹੈ। 10 ਤੋਂ 20 ਹਜ਼ਾਰ ਪਰ ਡੇ ਕੇਸਿਸ ਸਾਡੇ ਵਧ ਰਹੇ ਨੇ ਔਰ ਉਮੀਦ ਹੈ ਕਿ ਇਸੀ ਸਟੇਬਿਲਿਟੀ ਨੂੰ ਅਸੀਂ ਮੇਨਟੇਨ ਕਰਾਂਗੇ। ਦੇਖੋ ਹਾਲੇ ਤੱਕ ਵੀ ਅਸੀਂ ਬਾਰ-ਬਾਰ ਜਿਹੜੀ ਗੱਲ ਪਹਿਲਾਂ ਕਰਦੇ ਸੀ ਕਿ ਜਦ ਤੱਕ ਵੈਕਸੀਨ ਲੱਗ ਨਹੀਂ ਜਾਂਦੀ ਤੇ ਸਾਡੇ 3 ਹੀ ਵੈਕਸੀਨ ਨੇ। ਉਹਨਾਂ 3 ਵੈਕਸੀਨ 'ਚ ਮਾਸਕ, ਹੱਥ ਧੋਣਾ ਬਾਰ-ਬਾਰ ਤੇ 2 ਗਜ ਦੀ ਦੂਰੀ, ਇਹ ਤਿੰਨੋਂ ਹਲੇ ਤੱਕ ਵੀ ਲਾਗੂ ਰਹਿਣਗੇ ਜੀ। ਜਿਵੇਂ ਕਿ ਅਸੀਂ ਸਾਰੇ ਪਿਛਲੇ 10 ਮਹੀਨੇ ਤੋਂ ਉਡੀਕ ਕਰ ਰਹੇ ਹਾਂ ਵੈਕਸੀਨ ਦੀ, ਕੀ ਸਥਿਤੀ ਹੈ ਇਸ ਸਮੇਂ? ਵੈਕਸੀਨ ਆ ਗਈ ਹੈ ਜਾਂ ਆਉਣ ਵਾਲੀ ਹੈ? ਕੀ ਕਹਿਣਾ ਚਾਹੋਗੇ? ਦੇਖੋ ਜੀ, ਵੈਕਸੀਨ ਆ ਗਈ ਹੈ। ਭਾਰਤ ਸਰਕਾਰ ਨੇ ਜਿਹੜਾ ਸਾਡਾ ਡਰੱਗ ਕੰਟਰੋਲ ਗਵਰਨਮੈਂਟ ਆਫ ਇੰਡੀਆ ਦਾ ਡਿਪਾਰਟਮੈਂਟ ਹੈ ਉਹਨੂੰ 2 ਵੈਕਸੀਨਾਂ ਦੀ ਐਮਰਜੈਂਸੀ ਯੂਜ਼ ਵਾਸਤੇ ਪਰਮਿਸ਼ਨ ਮੰਗੀ ਗਈ ਸੀ ਔਰ ਉਹ 3 ਤਰੀਕ ਨੂੰ ਇਤਵਾਰ ਨੂੰ ਸਾਨੂੰ ਮਿਲ ਗਈ ਸੀ ਪਰਮਿਸ਼ਨ ਜੀ। ਉਸ ਪਰਮਿਸ਼ਨ ਮਿਲਣ ਤੋਂ ਬਾਅਦ ਲਗਭਗ ਹਰ ਸਟੇਟ 'ਚ ਡਰਾਈ ਰਨ ਵੀ ਹੋ ਚੁੱਕਿਆ ਹੈ। ਡਰਾਈ ਰਨ ਦਾ ਮਤਲਬ ਹੈ ਕਿ ਜੇ ਉਹਦੇ 'ਚ ਇਹ ਹੈ ਵੀ ਵੈਕਸੀਨ ਦੂਜੀ ਦਿੱਤੀ ਗਈ ਔਰ ਸਾਰਾ ਉਹਦੇ 'ਚ ਅਮਲਾ ਚੈੱਕ ਹੋਇਆ। ਹਰ ਹਸਪਤਾਲ 'ਚ ਜਿੱਥੇ ਵੈਕਸੀਨ ਲੱਗਣੀ ਸੀ ਉੱਥੇ ਪ੍ਰੋਪਰ ਵੈਕਸੀਨ ਰੂਮਸ ਬਣੇ ਗਏ ਔਰ ਸਾਰੀ ਪੂਰਾ ਇੱਕ ਜਿੱਦਾਂ ਅਸੀਂ ਕੋਈ ਅੱਗ ਲੱਗਣ ਦੀ ਰਿਹਰਸਲ ਕਰਨੇ ਆ ਫਾਇਰ ਬ੍ਰਿਗੇਡ ਵੱਲੋਂ, ਉਸ ਤਰ੍ਹਾਂ ਇਹ ਰਿਹਰਸਲ ਹੋਈ, ਡਰਾਈ ਰਨ ਹੋਇਆ ਪੂਰੇ ਭਾਰਤ ਦੇਸ਼ 'ਚ। ਲਗਭਗ ਡਰਾਈ ਰਨ ਕੰਪਲੀਟ ਹੋ ਚੁੱਕਿਆ ਹੈ ਔਰ ਜੋ ਇੰਟਰਨੈਸ਼ਨਲ ਨੋਰਮਸ ਨੇ, ਜੋ WHO ਦੇ ਨੋਰਮਸ ਨੇ ਕਿ ਜਦੋਂ ਡਰਾਈ ਰਨ ਪੂਰਾ ਹੋ ਜਾਂਦਾ ਹੈ ਉਸ ਤੋਂ 10 ਦਿਨ ਬਾਅਦ ਇਹ ਵੈਕਸੀਨ ਅਸੀਂ ਵਰਤੋਂ ਲਈ ਦੇ ਸਕਦੇ ਹਾਂ। ਤਾਂ ਲਗਭਗ ਲੋਹੜੀ ਦੀ ਉਮੀਦ ਹੈ 13 ਜਨਵਰੀ ਵਾਲੇ ਦਿਨ ਇਹ ਵੈਕਸੀਨ ਦਾ ਪਹਿਲਾ ਡੋਜ਼ ਲੱਗਣਾ ਸ਼ੁਰੂ ਹੋ ਜਾਏਗਾ ਸਾਡੇ ਦੇਸ਼ ਵਿੱਚ। ਅੰਤਰਰਾਸ਼ਟਰੀ ਪੱਧਰ ਤੇ ਵੈਕਸੀਨ ਦੀ ਇਸ ਵੇਲੇ ਕੀ ਸਥਿਤੀ ਹੈ, ਕੀ ਕਹੋਗੇ? देखो जी, 16 ਕੰਟਰੀਆਂ 'ਚ ਇਹ ਵੈਕਸੀਨ ਆਲਰੇਡੀ ਬਿਲਕੁਲ ਤਿਆਰ ਹੈ ਔਰ ਕੁਝ ਕੰਟਰੀਆਂ ਜਿੱਦਾਂ US ਔਰ UK 'ਚ ਤਾਂ ਆਲਰੇਡੀ ਔਰ ਚਾਈਨਾ 'ਚ ਲੱਗਣੀ ਸ਼ੁਰੂ ਹੋ ਚੁੱਕੀ ਹੈ। ਤੇ US ਔਰ UK 'ਚ ਦੇਖੋ ਟੋਟਲ 4 ਵੈਕਸੀਨ ਨੇ ਜਿਹੜੇ ਉਹ ਅੰਤਰਰਾਸ਼ਟਰੀ ਪੱਧਰ ਤੇ ਇਹ ਮਾਰਕੀਟ 'ਚ ਹੈਗੇ ਨੇ। ਕੋਵਿਸ਼ੀਲਡ ਹੋ ਗਿਆ ਤੇ ਆਪਣਾ ਫਾਈਜ਼ਰ ਔਰ ਮੈਡਰਨਾ, ਇਹ ਇੰਟਰਨੈਸ਼ਨਲ ਲੈਵਲ ਤੇ ਬਹੁਤ ਉੱਪਰ ਚੱਲ ਰਹੀਆਂ ਨੇ। US ਔਰ UK ਦੋਨੋਂ ਜਗ੍ਹਾ ਇਹਦਾ ਮਿਕਸ ਵਰਤੋਂ ਹੋ ਰਹੀ ਹੈ। ਮੈਡਰਨਾ US 'ਚ ਜ਼ਿਆਦਾ ਹੈ ਤੇ ਫਾਈਜ਼ਰ ਦੀ ਜਿਹੜੀ ਵੈਕਸੀਨ ਹੈ ਉਹ UK 'ਚ ਜ਼ਿਆਦਾ ਹੈ। ਲੇਕਿਨ UK ਦੀ ਹਾਲਾਤ ਇਸ ਵਕਤ ਸਭ ਤੋਂ ਗੰਭੀਰ ਨੇ। ਪੂਰਾ ਦੇਸ਼ ਕੰਪਲੀਟ ਐਂਡ ਸਟ੍ਰਿਕਟ ਲਾਕਡਾਊਨ 'ਚ ਹੈ। ਫਰਵਰੀ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਅਪ ਟੂ ਮਾਰਚ ਇਹ ਕੰਟਰੀ ਪੂਰਾ ਆਲਮੋਸਟ ਬੈਂਡ ਹੈ ਔਰ ਉੱਥੇ ਟੀਅਰ ਸਿਸਟਮ ਨਾਲ ਉਹਦੇ ਬਣਾਏ ਗਏ ਨੇ ਲਾਕਡਾਊਨ ਦੇ ਨਿਯਮ ਤੇ 2/3 ਆਫ ਦਾ ਕੰਟਰੀ ਟੀਅਰ 4 'ਚ ਆ ਰਿਹਾ। ਟੀਅਰ 4 ਦਾ ਮਤਲਬ ਹੈ
ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਜਦ ਤੱਕ ਨਿਹਾਇਤ ਲਾਜ਼ਮੀ ਨਾ ਹੋਵੇ, ਕੋਈ ਦਵਾਈ ਲੈਣ ਜਾਣਾ ਹੈ ਜਾਂ ਇੰਪੋਰਟੈਂਟ ਕੋਈ ਐਮਰਜੈਂਸੀ ਕੰਮ ਹੈ, ਸਿਰਫ ਉਹਦੇ ਵਾਸਤੇ ਘਰੋਂ ਬਾਹਰ ਲੋਕ ਨਿਕਲ ਸਕਦੇ ਨੇ। ਇਹ ਇਸ ਵਕਤ UK ਦੇ ਹਾਲਾਤ ਨੇ। ਲੇਕਿਨ ਇਹਦੇ ਨਾਲ ਕਈ ਹੋਰ ਕੰਟਰੀਆਂ 'ਚ ਇੱਕ ਗੱਲ ਹੋਰ ਹੈ, ਜਿਹੜਾ ਇਹ ਨਵਾਂ ਸਟ੍ਰੇਨ ਸਾਨੂੰ UK 'ਚ ਮਿਲਿਆ ਸੀ, ਇਹ ਉਹਦੇ ਕਰਕੇ ਹਾਲਾਤ ਹੋਏ ਨੇ। ਜਿਹੜਾ ਨਵਾਂ ਸਟ੍ਰੇਨ ਹੈ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ, ਇਹ ਕੰਟੇਜੀਅਸ ਬਹੁਤ ਜ਼ਿਆਦਾ ਹੈ। ਹਾਲਾਂਕਿ ਮਾਰਕ ਸ਼ਮਤਾ ਇਹਨੇ ਮੌਤ ਦੀ ਦਰਾਂ ਨਹੀਂ ਵਧਾਈਆਂ, ਲੇਕਿਨ ਇੰਨੀ ਤੇਜ਼ੀ ਨਾਲ ਫੈਲਦਾ ਹੈ, ਇਸ ਕਰਕੇ ਨੰਬਰ ਆਫ ਕੇਸਿਸ UK 'ਚ ਬਹੁਤ ਜ਼ਿਆਦਾ ਵੱਧ ਗਏ ਨੇ। ਔਰ ਦੇਖੋ ਭਾਰਤ 'ਚ ਵੀ ਹੁਣ ਤੱਕ 71 ਕੇਸਿਸ UK ਵਾਲੇ ਸਟ੍ਰੇਨ ਦੇ ਮਿਲ ਚੁੱਕੇ ਨੇ। ਔਰ UK ਦੀਆਂ ਫਲਾਈਟਸ ਹਲੇ ਤੱਕ ਬੰਦ ਨੇ ਭਾਰਤ 'ਚ, ਸ਼ਾਇਦ 8 ਤਰੀਕ ਨੂੰ ਰਿਜ਼ਿਊਮ ਹੋ ਜਾਣ। ਉਹ ਇਸੇ ਲਈ ਬੰਦ ਨੇ ਕਿ ਬਾਹਰੋਂ ਹੋਰ ਜ਼ਿਆਦਾ ਲੋਕ ਇਸ ਟ੍ਰੇਨ ਲੈ ਕੇ ਨਾ ਆ ਜਾਣ ਔਰ ਨਾ ਫੈਲਾ ਦੇਣ। ਲੇਕਿਨ ਇਹਦੇ ਨਾਲ ਇੱਕ ਹੋਰ ਚਿੰਤਾ ਦੀ ਵਿਸ਼ਾ ਹੈ, ਸਾਊਥ ਅਫਰੀਕਾ 'ਚ ਇੱਕ ਹੋਰ ਨਵਾਂ ਸਟ੍ਰੇਨ ਮਿਲ ਗਿਆ ਹੈ। ਅੱਛਾ ਜੀ। ਔਰ ਉਸ ਸਟ੍ਰੇਨ ਦਾ ਹਲੇ ਵੈਕਸੀਨ ਉਹਦੇ ਤੇ ਮਾਰਕ ਹੋਏਗੀ ਜਾਂ ਨਹੀਂ ਹੋਏਗੀ। ਲੇਕਿਨ ਫਿਰ ਵੀ ਸਾਨੂੰ ਦੇਖੋ ਸਾਇੰਟਿਸਟਾਂ ਨੇ ਜਿਹੜਾ 5 ਸਾਲਾਂ ਜਾਂ 10 ਸਾਲਾਂ ਦਾ ਕੰਮ ਸੀ ਉਹ 10 ਮਹੀਨਿਆਂ 'ਚ ਕਰਕੇ ਦਿਖਾਇਆ। ਹਾਂਜੀ। ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਹੈ। ਜੇ ਕੋਈ ਐਸੀ ਨਵੀਂ ਜੇ ਕੋਈ ਮਿਊਟੇਟਡ ਸਟ੍ਰੇਨ ਆ ਵੀ ਜਾਂਦੀ ਹੈ ਤੇ ਅਸੀਂ ਵੈਕਸੀਨ 'ਚ ਥੋੜਾ ਬਹੁਤਾ ਹੇਰ ਫੇਰ ਕਰਕੇ ਵਿਦਿਨ 1 or 2 months ਉਹਨੂੰ ਦੁਬਾਰਾ ਤੋਂ ਤਿਆਰ ਕਰ ਸਕਦੇ ਹਾਂ। ਸੋ ਰਾਹਤ ਦੀ ਖਬਰ ਬਿਲਕੁਲ ਰਹੇਗੀ। ਲੇਕਿਨ ਇਹ ਦੇਖੋ ਰਾਹਤ ਦੀ ਖਬਰ ਫਿਰ ਵੀ ਸਮਝਾਉਣਾ ਪਏਗਾ ਸਾਨੂੰ, ਵੈਕਸੀਨ ਦੀਆਂ 2 ਡੋਜ਼ਾਂ ਲੱਗਣੀਆਂ ਨੇ। ਪਹਿਲੀ ਡੋਜ਼ ਜੇ ਅੱਜ ਲੱਗਦੀ ਹੈ ਤੇ ਦੂਸਰੀ ਡੋਜ਼ 4 ਹਫ਼ਤੇ ਤੋਂ ਲੈ ਕੇ 6 ਹਫ਼ਤੇ ਦੇ ਵਿੱਚ ਲੱਗ ਸਕਦੀ ਹੈ। ਔਰ ਜਦੋਂ ਦੂਜੀ ਡੋਜ਼ ਲੱਗ ਜਾਏਗੀ ਉਸ ਤੋਂ ਅੱਗੇ ਹੋਰ 6 ਹਫ਼ਤੇ ਲੱਗਣਗੇ ਇਮਿਊਨਿਟੀ ਡਿਵੈਲਪ ਹੋਣ ਨੂੰ, ਔਰ ਫਿਰ ਉਹ ਇਮਿਊਨਿਟੀ 6 ਮਹੀਨੇ ਤੋਂ 1 ਸਾਲ ਤੱਕ ਰਹੇਗੀ। ਸੋ ਇਹਦਾ ਮਤਲਬ ਇਹ ਹੈ ਕਿ ਕਰੋਨਾ ਐਪਰੋਪ੍ਰੀਏਟ ਬਿਹੇਵੀਅਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ 'ਚ ਤਿੰਨੋਂ ਗੱਲਾਂ ਆਉਂਦੀਆਂ, ਮੈਂ ਬਾਰ-ਬਾਰ ਇਸੇ ਲਈ ਰਿਪੀਟ ਕਰਦਾ ਕਿ ਲੋਕ ਭੁੱਲ ਨਾ ਜਾਣ, 2 ਗਜ ਦੀ ਦੂਰੀ, ਮਾਸਕ ਤੇ 20 ਸੈਕਿੰਡ ਤੋਂ ਜ਼ਿਆਦਾ ਹੱਥ ਧੋਣੇ। ਇਹ ਤਿੰਨੋਂ ਗੱਲਾਂ ਸਾਨੂੰ ਵੈਕਸੀਨ ਲੱਗਣ ਤੋਂ 6 ਹਫ਼ਤੇ ਤੱਕ ਵੀ ਫੋਲੋ ਕਰਦੇ ਰਹਿਣਾ ਪਏਗਾ। ਡਾਕਟਰ ਖਰਵੰਦਾ ਜੀ, ਅਸੀਂ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰ ਰਹੇ ਹਾਂ ਵੈਕਸੀਨ ਦੀ। ਇੱਕ ਖਬਰ ਇਹ ਵੀ ਪ੍ਰਾਪਤ ਹੋਈ ਹੈ ਕਿ ਇੰਡੋਨੇਸ਼ੀਆ ਇੱਕ ਵੱਖਰੇ ਰੂਪ ਵਿੱਚ ਵੈਕਸੀਨ ਦਾ ਇਸਤੇਮਾਲ ਕਰ ਰਿਹਾ, ਕੀ ਗੱਲ ਹੈ ਜੀ? ਇੰਡੋਨੇਸ਼ੀਆ 'ਚ ਐਕਚੁਅਲੀ ਡਿਫਰੈਂਟ ਵੈਕਸੀਨ ਲੱਗ ਰਹੀ ਹੈ, ਉਹਦਾ ਨਾਮ ਹੈ ਸਾਈਨੋਵੈਕ। ਇਹ ਚਾਈਨੀਜ਼ ਵੈਕਸੀਨ ਹੈ ਜੀ। ਔਰ ਉਹਦਾ ਜਿਹੜਾ ਟਰਾਇਲ ਹੋਇਆ ਹੈ ਉਹ ਹੋਇਆ ਜੀ 18 ਸਾਲ ਤੋਂ ਲੈ ਕੇ 59 ਦੀ ਏਜ ਤੱਕ ਦੇ ਲੋਕਾਂ ਤੇ। ਔਰ ਇੰਡੋਨੇਸ਼ੀਆ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਉਹਨਾਂ ਨੂੰ ਮਾਰ ਪਈ ਹੈ, ਇਸ ਲਈ ਉਹ ਆਪਣੀ ਇਕੋਨਮੀ ਨੂੰ ਸਟਰੈਂਥਨ ਕਰਨ ਵਾਸਤੇ ਉਹ ਲੋਕ 18 ਤੋਂ 59 ਦੀ ਏਜ ਤੇ ਇਸ ਵੈਕਸੀਨ ਦੀ ਵਰਤੋਂ ਕਰ ਰਹੇ ਨੇ। ਪਹਿਲਾਂ ਉਹ ਆਪਣੇ ਕੰਮਕਾਜੀ ਲੋਕਾਂ ਨੂੰ ਵੈਕਸੀਨ ਲਗਾ ਰਹੇ ਨੇ, ਜਿਹੜੇ ਲੋਕ ਬਾਹਰ ਵਿਚਰਦੇ ਨੇ ਜ਼ਿਆਦਾ ਔਰ ਕੰਮ ਕਰ ਰਹੇ ਨੇ, ਫਰੰਟ ਲਾਈਨ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ਇਹ ਉਹਨਾਂ ਨੂੰ ਲਗਾਉਣ ਤੇ ਉਹ ਲੋਕ ਲੱਗੇ ਹੋਏ ਨੇ। ਹਾਲਾਂਕਿ ਇਹ ਹਰ ਜਗ੍ਹਾ WHO ਦੀ ਗਾਈਡਲਾਈਨ ਦੇ ਅੰਦਰ ਹੀ ਯੂਜ਼ ਹੋ ਰਿਹਾ, ਲੇਕਿਨ ਇੰਡੋਨੇਸ਼ੀਆ ਦੀ ਕੰਡੀਸ਼ਨ ਡਿਫਰੈਂਟ ਹੈ ਬਿਕੋਜ਼ ਇਹ ਜਿਹੜੀ ਵੈਕਸੀਨ ਹੈ ਉਹ ਚਾਈਨੀਜ਼ ਹੈ, ਪਲੱਸ ਕੰਟਰੀ ਦੀ ਮਾਲੀ ਹਾਲਤ ਬਹੁਤ ਖਰਾਬ ਹੈ। ਜੀ ਡਾਕਟਰ ਸਾਹਿਬ, ਅਸੀਂ ਇਹ ਵੀ ਚਾਹੁੰਦੇ ਹਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ, ਹੁਣ ਅਸੀਂ ਆਪਣੇ ਭਾਰਤ ਦੇਸ਼ ਦੀ ਗੱਲ ਕਰਦੇ ਹਾਂ, ਭਾਰਤ ਦੇਸ਼ ਵਿੱਚ ਵੈਕਸੀਨ ਦੀ ਸਥਿਤੀ ਕੀ ਹੈ, ਕਿਵੇਂ ਲੱਗੇਗੀ, ਕਿੰਨੇ ਗੇੜ ਵਿੱਚ ਲੱਗੇਗੀ, ਵਿਸਥਾਰ ਨਾਲ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਜੀ, ਭਾਰਤ 'ਚ ਇਸ ਵਕਤ 4 ਸਾਡੇ ਮੇਨ ਸਟੋਰ ਬਣ ਚੁੱਕੇ ਨੇ ਭਾਰਤ 'ਚ। ਇੱਕ ਬਣਿਆ ਹੈ ਆਪਣਾ ਕਰਨਾਲ 'ਚ, ਇੱਕ ਬਣਿਆ ਕਲਕੱਤਾ, ਇੱਕ ਚੇਨਈ ਤੇ ਇੱਕ ਸਾਡਾ ਹੈਗਾ ਮੁੰਬਈ 'ਚ। ਇਹ 4 ਮੇਨ ਜਿੱਥੇ ਸਟਾਕ ਸਾਰਾ ਇਕੱਠਾ ਹੋ ਗਿਆ। ਕੋਵਿਸ਼ੀਲਡ ਤੇ ਕੋਵੈਕਸੀਨ 2 ਵੈਕਸੀਨਾਂ ਦੀ ਅਪਰੂਵਲ ਸਾਨੂੰ ਹਲੇ ਤੱਕ ਮਿਲੀ ਹੋਈ ਹੈ, ਔਰ ਇਹ ਵੈਕਸੀਨਾਂ ਦੀ 30 ਕਰੋੜ ਪਹਿਲੇ ਚਰਨ 'ਚ ਇਹ ਵੈਕਸੀਨ ਲੱਗਣੀ ਹੈ। ਇਹਨਾਂ 30 ਕਰੋੜ ਦਾ ਵੀ ਮੈਂ ਤੁਹਾਨੂੰ ਅੱਗੇ ਵੇਰਵਾ ਦੇ ਦਿੰਦਾ। ਹਾਂਜੀ। ਜਿਹੜੇ 2 ਕਰੋੜ ਨੇ ਇਹਦੇ 'ਚੋਂ ਉਹ ਹੈਲਥ ਕੇਅਰ ਵਰਕਰਸ ਨੇ, ਇਹਦੇ 'ਚ ਡਾਕਟਰਸ ਨੇ, ਨਰਸਿਸ ਨੇ, ਪੈਰਾਮੈਡੀਕਲ ਸਟਾਫ ਹੈ ਜਾਂ ਹਸਪੀਟਲ 'ਚ ਜਿੰਨੇ ਵੀ ਲੋਕ ਕੰਮ ਕਰਦੇ ਨੇ ਉਹ ਸਾਰੇ ਇਹਦੇ 'ਚ ਨੇ। ਇਹਦੇ ਨਾਲ ਲਗਭਗ 1 ਕਰੋੜ ਦੇ ਆਸ-ਪਾਸ ਸਾਡੇ ਪੈਰਾਮਿਲਟਰੀ ਤੇ ਮਿਲਟਰੀ ਫੋਰਸਿਸ ਦੇ ਸਾਰਾ ਸਟਾਫ ਹੈ, ਪਲੱਸ ਇਹਦੇ ਨਾਲ ਮਿਊਨਿਸਿਪਲ ਕਾਰਪੋਰੇਸ਼ਨ ਦਾ ਸਟਾਫ ਹੈ। ਇਹ ਸਾਰਾ ਸਟਾਫ ਜਿਹੜਾ ਕਿ ਜਿੰਨੇ ਜੋ ਲੋਕ ਡਿਊਟੀਆਂ ਕਰਦੇ ਨੇ, ਜੋ ਲੋਕ ਡਿਊਟੀ ਦੇ ਕਾਰਨ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਨੇ, ਉਹ ਲੋਕ ਜ਼ਿਆਦਾ ਖਤਰੇ 'ਚ ਨੇ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਚੁਣਿਆ ਗਿਆ। ਕਹਿਣ ਦਾ ਭਾਵ ਵੀ ਜਿਹੜੇ 30 ਕਰੋੜ ਲੋਕਾਂ ਦੀ ਜਿਹੜੀ ਚੋਣ ਹੋਈ ਹੈ ਉਹ ਜਿਹੜੇ ਡਿਊਟੀ ਤੇ ਉਪਲਬਧ ਰਹਿੰਦੇ ਨੇ ਜ਼ਿਆਦਾਤਰ ਉਹਨਾਂ ਦੀ ਹੋਈ ਹੈ? ਨਹੀਂ ਜੀ। 3 ਕਰੋੜ ਲੋਕ ਉਹਨਾਂ ਦੀ ਹੈ ਜਿਹੜੇ ਡਿਊਟੀ ਤੇ ਨੇ, ਉਹਨਾਂ ਦੀ ਏਜ ਨਹੀਂ ਗਿਣੀ ਜਾਏਗੀ ਉਹ 3 ਕਰੋੜਾਂ ਦੀ।
ਲੇਕਿਨ ਉਸ ਤੋਂ ਬਾਅਦ ਜਿਹੜੇ ਹੋਰ 27 ਕਰੋੜ ਨੇ ਜੀ ਉਹ ਜਿਹੜੇ ਵਰਗ ਜਿਹੜਾ ਵਲਨਰੇਬਲ ਵਰਗ ਹੈ, ਵਲਨਰੇਬਲ ਮੀਨ ਜਿਨ੍ਹਾਂ 'ਚ ਕੋਮੋਰਬਿਡ ਕੰਡੀਸ਼ਨਸ ਨੇ, ਜਿਹੜੇ 50 ਸਾਲ ਤੋਂ ਜਿਨ੍ਹਾਂ ਦੀ ਜ਼ਿਆਦਾ ਉਮਰ ਹੈ। ਮੈਂ ਸਪੈਸੀਫਾਈ ਕਰ ਦੇਣਾ 1 ਜਨਵਰੀ 1971 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ ਉਹ ਪਹਿਲੇ ਚਰਨ 'ਚ ਵੈਕਸੀਨ ਲਗਵਾਉਣ ਲਈ ਉਹ ਐਲੀਜੀਬਲ ਨੇ। ਤੇ ਕੋਵਿਨ ਨਾਮ ਦਾ ਇੱਕ ਐਪ, ਮੋਬਾਈਲ ਐਪਲੀਕੇਸ਼ਨ ਭਾਰਤ ਸਰਕਾਰ ਬਿਲਕੁਲ ਹਲੇ ਸਟੋਰਸ ਤੇ ਉਪਲਬਧ ਨਹੀਂ ਹੋਇਆ ਲੇਕਿਨ ਬਣ ਚੁੱਕਿਆ। ਉਸ ਐਪ ਦੇ ਰਾਹੀਂ ਸਾਨੂੰ ਆਪਣੇ ਆਪ ਨੂੰ ਅਪਲਾਈ ਕਰਨਾ ਪਏਗਾ। ਅਪਲਾਈ ਕਰਨ ਤੋਂ ਬਾਅਦ SMS ਤੇ ਤੁਹਾਨੂੰ ਡਿਟੇਲ ਆਏਗੀ ਕਿ ਤੁਸੀਂ ਕਦੋਂ ਔਰ ਕਿੱਥੇ ਤੁਸੀਂ ਵੈਕਸੀਨ ਲਗਵਾਉਣ ਜਾਣਾ ਹੈ, ਔਰ ਫਿਰ ਉਸੇ ਤਰ੍ਹਾਂ ਹੀ SMS ਦੇ ਰਾਹੀਂ QR ਕੋਡ ਦੇ ਰਾਹੀਂ ਤੁਸੀਂ ਆਪਣਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਹਾਸਲ ਕਰ ਪਾਓਗੇ ਉसी ਮੋਬਾਈਲ ਤੇ। ਤੇ ਇੱਕ ਗੱਲ ਹੋਰ ਹੈ, ਹਰ ਜਗ੍ਹਾ ਦੇਖੋ ਭਾਰਤ ਤਾਂ ਬਿਲਕੁਲ ਐਡਾ ਵੱਡਾ ਦੇਸ਼ ਹੈ, ਲੇਕਿਨ ਜੇ ਵੋਟਾਂ ਲਈ ਹਰ ਨੁੱਕੜ 'ਚ ਹਰ ਕਾਰਨਰ 'ਚ ਵੋਟਾਂ ਦਾ ਬੂਥ ਬਣ ਸਕਦਾ ਹੈ ਤੇ ਵੈਕਸੀਨ ਬੂਥ ਵੀ ਆਲਰੇਡੀ ਤਿਆਰ ਹੋ ਚੁੱਕੇ ਨੇ ਹਰ ਕਾਰਨਰ 'ਚ ਜੀ। ਤੇ ਸਾਨੂੰ ਇਹ ਪਤਾ ਹੈ ਵੀ ਸਾਡੇ ਕਿੰਨੇ, ਜਿੱਦਾਂ ਹੁਣ ਪੰਜਾਬ 'ਚ 3 ਲੱਖ ਬੰਦਿਆਂ ਨੂੰ ਵੈਕਸੀਨ ਲਗਾਉਣ ਦਾ ਇੰਤਜ਼ਾਮ ਹੋ ਚੁੱਕਿਆ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਜੀ। ਸੋ ਇਸੇ ਤਰ੍ਹਾਂ ਪੂਰੇ ਦੇਸ਼ 'ਚ ਬੂਥ ਬਣ ਚੁੱਕੇ ਨੇ ਔਰ ਉਹਨਾਂ ਬੂਥਾਂ 'ਚ 3 ਅਲੱਗ-ਅਲੱਗ ਤਰ੍ਹਾਂ ਦੇ ਰੂਮਸ ਬਣੇ ਨੇ। ਸਭ ਤੋਂ ਪਹਿਲਾਂ ਬੰਦਾ ਜਾਏਗਾ ਤੇ ਸਾਨੂੰ ਕੋਈ ਉੱਥੇ ਸਿਕਿਉਰਿਟੀ ਵਾਲੇ ਤੁਹਾਡਾ ਹਾਰਡ ਕਾਪੀ, ਤੁਹਾਡਾ ਡਾਕੂਮੈਂਟ ਚੈੱਕ ਹੋਣਗੇ ਔਰ ਉਹਨਾਂ ਕੋਲ ਇੱਕ ਪ੍ਰਿੰਟਡ ਕਾਪੀ ਹੋਏਗੀ ਲਿਸਟ 'ਚ। ਰੋਜ਼ਾਨਾ ਇੱਕ ਸੈਂਟਰ ਤੇ ਲਗਭਗ 200 ਬੰਦਿਆਂ ਨੂੰ ਵੈਕਸੀਨ ਲੱਗਣ ਦਾ ਇੰਤਜ਼ਾਮ ਹੈ। ਉਹ ਲਿਸਟ ਚੈੱਕ ਕਰਕੇ ਤੁਹਾਡੀ ਕ੍ਰੈਡੈਂਸ਼ੀਅਲ ਚੈੱਕ ਕਰਕੇ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ। ਅੰਦਰ ਪਹੁੰਚ ਕੇ ਤੁਹਾਨੂੰ ਪੁੱਛਿਆ ਜਾਏਗਾ ਤੁਸੀਂ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਕਿ ਨਹੀਂ ਲਗਵਾਉਣਾ ਚਾਹੁੰਦੇ। तो वह इच्छा है अपनी, ਬਿਲਕੁਲ ਬਿਲकुल ਆਪਣੀ ਇੱਛਾ ਨਾਲ ਹੈ। ਜਿਨੇ ਨਹੀਂ ਲਗਵਾਣੀ ਉਹ ਨਾ ਲਗਵਾਏ, ਕੋਈ ਬੰਦਿਸ਼ ਨਹੀਂ ਹੈ ਵੈਕਸੀਨ ਲਗਵਾਉਣ ਦੀ। ठीक है जी। ਫਿਰ ਵੀ ਵੈਸੇ ਤਾਂ ਤੁਸੀਂ ਐਪ ਤੇ ਖੁਦ ਰਜਿਸਟਰ ਕਰਨਾ ਹੈ, ਜੇ ਤੁਸੀਂ ਵਿਲਿੰਗ ਹੋ ਤਾਂ ਹੀ ਰਜਿਸਟਰ ਕਰੋਗੇ, ਲੇਕਿਨ ਫਿਰ ਵੀ ਉੱਥੇ ਵੈਕਸੀਨ ਲਗਾਉਣ ਵੇਲੇ ਤੁਹਾਨੂੰ ਹੈਲਥ ਕੇਅਰ ਵਰਕਰ ਤੁਹਾਡੀ ਇਜਾਜ਼ਤ ਲਏਗਾ ਕਿ ਤੁਸੀਂ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਕਿ ਨਹੀਂ ਲਗਵਾਉਣਾ ਚਾਹੁੰਦੇ। ਔਰ ਵੈਕਸੀਨ ਫਿਰ ਤੀਸਰੇ ਕਮਰੇ 'ਚ ਤੁਸੀਂ ਜਾਓਗੇ, ਵੈਕਸੀਨ ਲੱਗੇਗੀ। ਵੈਕਸੀਨ ਲੱਗਣ ਤੋਂ ਬਾਅਦ ਇੱਕ ਵੇਟਿੰਗ ਰੂਮ ਹੈ ਜਿੱਥੇ ਅੱਧਾ ਘੰਟਾ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਤਾਂ ਕਿ ਜੇ ਕੋਈ ਐਸਾ ਸਿੰਪਟਮ ਆਏ ਤੇ ਉਸ ਸਿੰਪਟਮ ਨੂੰ ਅਸੀਂ ਟੈਕਲ ਕੀਤਾ ਜਾਏ। ਉੱਥੇ ਐਮਰਜੈਂਸੀ ਰੂਮ ਵੀ ਹੋਏਗਾ ਨਾਲ, ਹਰ ਤਰ੍ਹਾਂ ਦੀ ਸੁਵਿਧਾ ਉੱਥੇ ਉਪਲਬਧ ਹੋਏਗੀ ਤਾਂ ਕਿ ਤੁਸੀਂ ਵੈਕਸੀਨ ਲਗਵਾ ਕੇ 30 ਮਿੰਟ ਉੱਥੇ ਸੈਂਟਰ 'ਚ ਹੀ ਇੰਤਜ਼ਾਰ ਕਰਨਾ ਲਾਜ਼ਮੀ ਹੈ ਤਾਂ ਕਿ ਜੇ ਕੋਈ ਸਿੰਪਟਮ ਆਣਾ ਹੈ, ਜਿੱਦਾਂ ਬੁਖਾਰ ਆ ਸਕਦਾ ਹੈ, ਲੋਕਲ ਜਿੱਥੇ ਵੈਕਸੀਨ ਲੱਗੀ ਹੈ ਉੱਥੇ ਦਰਦ ਆ ਸਕਦੀ ਹੈ ਜਾਂ ਘਬਰਾਹਟ ਹੋ ਸਕਦੀ ਹੈ ਜਾਂ ਸਕਿਨ ਤੇ ਕੁਝ ਚਕੱਤੇ ਨਿਕਲ ਸਕਦੇ ਹੈ, ਇਹ ਛੋਟੇ ਜਾਂ ਫਿਰ ਐਨਾਫਿਲੈਕਟਿਕ ਸ਼ੌਕ ਹੋ ਸਕਦਾ ਹੈ। ਦੇਖੋ ਅਸੀਂ ਇੱਕ ਗੱਲ ਹੋਰ ਹੈ, ਬੜੀ ਜਗ੍ਹਾ ਇਸ ਵੈਕਸੀਨ ਤੋਂ ਕੁਝ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਜੀ, ਵੈਕਸੀਨ ਨਾਲ ਇਹ ਹੋ ਜਾਏਗਾ, ਇਹਦੇ 'ਚ ਚਰਬੀ ਹੈ ਜੀ, ਕੋਈ ਹੋਰ ਹੈ, ਬੜੀਆਂ ਗੱਲਾਂ ਇਹ ਹੁੰਦੀਆਂ ਨਕਾਰਾਤਮਕ ਰੂਪ ਦੇ ਵਿੱਚ ਫੈਲਾਈਆਂ ਜਾ ਰਹੀਆਂ। ਜੀ। ਸੋ ਦੇਖੋ ਇਹਦੇ 'ਚ ਡਰਨ ਦੀ ਕੋਈ ਲੋੜ ਨਹੀਂ ਹੈ। ਜਿਹੜੀ ਬਾਡੀ ਹੈ ਜਿਹੜੀ ਇਜਾਜ਼ਤ ਦਿੰਦੀ ਹੈ, ਇਹ ਭਾਰਤ ਸਰਕਾਰ ਦੀ ਇਜਾਜ਼ਤ ਦੇ ਨਾਲ ਹੀ ਸਾਰਾ ਕੰਮ ਹੋ ਰਿਹਾ ਔਰ ਇੰਡੀਪੈਂਡੈਂਟ ਬਾਡੀਜ਼ ਇਹਨੂੰ ਇਵੈਲੂਏਟ ਕਰ ਰਹੀਆਂ। ਸਾਰਾ ਡਾਟਾ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਟੈਸਟਿੰਗ ਹੋਣ ਤੋਂ ਬਾਅਦ ਹੀ ਇਹਦੀ ਐਮਰਜੈਂਸੀ ਅਪਰੂਵਲ ਦਿੱਤੀ ਗਈ ਹੈ। ਸੋ ਇਸ ਕਰਕੇ ਕਿਸੇ ਨੂੰ ਘਬਰਾਹਟ 'ਚ, ਦੇਖੋ ਜੇ ਅਸੀਂ ਪੈਨਸਿਲਿਨ ਪਹਿਲਾਂ ਲਵਾਉਂਦੇ ਸੀ ਉਹਦਾ ਵੀ ਐਨਾਫਿਲੈਕਟਿਕ ਸ਼ੌਕ ਹੁੰਦਾ ਸੀ ਜੀ। ਹਰ ਕੋਈ ਵੀ ਅਸੀਂ ਜਦੋਂ ਦਵਾਈ ਲੈਂਦੇ ਆ, ਇੱਕ ਸਿੰਪਲ ਜੇ ਪੈਰਾਸੀਟਾਮੋਲ ਦੀ ਗੋਲੀ ਲੈਂਦੇ ਆ ਉਹਦਾ ਵੀ ਕਦੀ ਕਦਾਈ ਰਿਐਕਸ਼ਨ ਹੋ ਜਾਂਦਾ ਹੈ। ਤੋ ਇਹ ਐਸੀ ਗੱਲ ਕੋਈ ਨਹੀਂ ਹੈ, ਹਰ ਚੀਜ਼ ਦਾ ਅੱਛਾ ਇਫੈਕਟ ਹੈ, ਲੇਕਿਨ ਅਸੀਂ ਇਹਦੇ 'ਚ ਤੋਲਨੇ ਆ ਚੀਜ਼ ਨੂੰ ਵੀ ਇਹਦਾ ਅਸਰ ਕਿੰਨਾ ਹੈ ਤੇ ਇਹਦੇ ਸਾਈਡ ਇਫੈਕਟ ਕਿੰਨੇ ਹੈ। ਜੇ ਅਸਰ ਬਹੁਤ ਜ਼ਿਆਦਾ ਹੈ ਤਾਂ ਹੀ ਉਹਦੀ ਵਰਤੋਂ ਹੁੰਦੀ ਹੈ, ਵਰਨਾ ਉਹਦੀ ਵਰਤੋਂ ਨਹੀਂ ਹੁੰਦੀ। ਸੋ ਜੀ ਡਾਕਟਰ ਖਰਵੰਦਾ ਜੀ, ਮੈਂ ਇਹ ਵੀ ਜਾਣਕਾਰੀ ਲੈਣਾ ਚਾਹਾਂਗੇ ਤੁਹਾਡੇ ਕੋਲੋਂ, ਜਿਹੜੀਆਂ ਭਾਰਤ ਦੇਸ਼ ਵਿੱਚ ਗਰਭਵਤੀ ਔਰਤਾਂ ਜਾਂ ਬੱਚੇ ਆ, ਕੀ ਉਹਨਾਂ ਤੇ ਵਰਤੋਂ ਕੀਤੀ ਜਾ ਰਹੀ ਹੈ ਇਹਦੀ ਵੈਕਸੀਨ? ਜੀ ਹਲੇ ਨਹੀਂ ਹੋ ਰਹੀ ਪਹਿਲੇ ਚਰਨ 'ਚ ਗਰਭਵਤੀ ਵਰਤਾਂ, ਕਿਉਂਕਿ ਇਹਨਾਂ ਤੇ ਟੈਸਟਿੰਗ ਨਹੀਂ ਹੋਈ। ਹੁਣ ਆਫ ਲੇਟ ਅੱਜ ਕੱਲ੍ਹ ਬੱਚਿਆਂ ਤੇ ਟ੍ਰਾਇਲ ਚੱਲ ਰਿਹਾ ਹੈ। ਜਦੋਂ ਉਸ ਟ੍ਰਾਇਲ ਨੂੰ ਮਨਜ਼ੂਰੀ ਮਿਲ ਜਾਏਗੀ, ਪਲੱਸ ਅਸੀਂ ਪਹਿਲੇ ਚਰਨ ਤੋਂ ਬਾਅਦ ਅਸੀਂ ਇਹ ਬਿਲਕੁਲ ਵੈਕਸੀਨੇਸ਼ਨ ਪੂਰੀ ਬੱਚਿਆਂ ਨੂੰ ਵੀ ਲੱਗੇਗੀ ਔਰ ਗਰਭਵਤੀ ਔਰਤਾਂ ਨੂੰ ਵੀ ਲੱਗੇਗੀ ਜੇ ਟੈਸਟਿੰਗ ਸਕਸੈਸਫੁਲ ਰਹੇਗੀ ਤਾਂ। ਡਾਕਟਰ ਖਰਵੰਦਾ ਜੀ, ISII ਸੀਰਮ ਇੰਸਟੀਚਿਊਟ ਆਫ ਇੰਡੀਆ ਇਹ ਵੈਕਸੀਨ ਉਪਲਬਧ ਕਰਾ ਰਹੀ ਹੈ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਸੰਖੇਪ। ਸੀਰਮ ਇੰਸਟੀਚਿਊਟ ਆਫ ਇੰਡੀਆ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਵੈਕਸੀਨ ਬਣਾਉਣ ਵਾਲੀ ਸੰਸਥਾ ਹੈ ਔਰ ਵਰਲਡ 'ਚ ਕੋਈ ਐਸਾ ਦੇਸ਼ ਨਹੀਂ ਹੈ ਜਿੱਥੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਵੈਕਸੀਨ ਨਹੀਂ ਲੱਗਦੀ ਜੀ। ਔਰ ਭਾਰਤ 'ਚ ਵੀ ਇਹਨਾਂ ਨੇ ਬਿਲਕੁਲ ਵੈਕਸੀਨ ਉਪਲਬਧ ਕਰਾਈ ਹੈ ਔਰ ਇਹਨਾਂ ਦੀ ਵੈਕਸੀਨ ਨੂੰ ਐਮਰਜੈਂਸੀ ਅਪਰੂਵਲ ਮਿਲ ਗਿਆ ਹੈ ਔਰ ਪਹਿਲੀ ਖੇਪ ਜਿਹੜੀ 30 ਕਰੋੜ ਹੈ ਭਾਰਤ ਸਰਕਾਰ ਨੇ ਪ੍ਰੋਕਿਓਰ ਕਰ ਲਈ ਹੈ, ਲੇਕਿਨ ਉਸ ਤੋਂ ਬਾਅਦ
ਲਗਭਗ ਅੱਜ ਤੋਂ 3 ਮਹੀਨੇ ਬਾਅਦ ਹੋ ਸਕਦਾ ਹੈ ਕਿ ਸਾਨੂੰ ਇਹ ਵੈਕਸੀਨ ਮਾਰਕੀਟ 'ਚ 1000 ਰੁਪਏ ਦੀ ਪ੍ਰਾਈਵੇਟਲੀ ਉਪਲਬਧ ਹੋ ਜਾਏ। ਫਿਰ ਇਹ ਜਿਹੜੀ ਉਮਰ ਵਾਲੀ ਰਿਸਟ੍ਰਿਕਸ਼ਨ ਹੈ ਖਤਮ ਹੋ ਜਾਏਗੀ। ਜਿਹਦਾ ਦਿਲ ਕਰੇਗਾ 1000 ਰੁਪਏ ਦੀ ਵੈਕਸੀਨ ਖਰੀदेगा और लगवा सकता है। और एक गल होर है, ਭਾਰਤ ਸਰਕਾਰ ਨੇ ਵੈਕਸੀਨ ਦੀ ਇੰਪੋਰਟ ਔਰ ਐਕਸਪੋਰਟ ਤੇ ਲੱਗੇ ਸਾਰੇ ਪ੍ਰਤੀਬੰਧ 2 ਦਿਨ ਪਹਿਲਾਂ ਹਟਾ ਲਏ ਨੇ। ਅੱਛਾ ਜੀ। ਸੋ ਕੋਈ ਵੀ ਵੈਕਸੀਨ ਇੰਪੋਰਟ ਕਰ ਸਕਦਾ ਹੈ ਜਾਂ ਕਿਸੇ ਨੇੜ ਦੀ ਕੰਟਰੀ ਜਾ ਕੇ ਵੈਕਸੀਨ ਲਗਵਾ ਕੇ ਵਾਪਸ ਵੀ ਆ ਸਕਦਾ ਹੈ। ਸੋ ਇਹ ਵੀ ਸੁਵਿਧਾਵਾਂ ਉਪਲਬਧ ਨੇ। ਔਰ ਫਾਈਜ਼ਰ ਨੇ ਵੀ ਅਪਰੂਵਲ ਮੰਗੀ ਹੈ ਭਾਰਤ ਸਰਕਾਰ ਤੋਂ ਐਮਰਜੈਂਸੀ ਯੂਜ਼ ਦੀ। ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਸਾਨੂੰ ਫਾਈਜ਼ਰ ਦੀ ਵੀ ਵੈਕਸੀਨ ਮਿਲ ਜਾਏ, ਕਿਉਂਕਿ ਫਾਈਜ਼ਰ ਦਾ ਜਿਹੜਾ ਐਫੀਕੇਸੀ ਰੇਟ ਹੈ ਉਹ 95% ਦੇ ਲਗਭਗ ਹੈਗਾ। ਔਰ ਜਿਹੜੀਆਂ ਸਾਡੀਆਂ ਕੋਵੀਸ਼ੀਲਡ ਔਰ ਕੋਵੈਕਸੀਨ ਹੈ ਇਹਨਾਂ ਦਾ ਜਿਹੜਾ ਐਫੀਕੇਸੀ ਰੇਟ ਹੈ ਉਹ 70 ਤੋਂ ਲੈ ਕੇ 90 ਦੇ ਵਿੱਚ ਹੈ ਡਿਫਰੈਂਟ ਟਰਾਇਲਸ। ਔਰ ਕੁਝ ਦੇਸ਼ਾਂ 'ਚ ਇਹ 90% ਟਰਾਇਲ ਆਇਆ, ਆਕਸਫੋਰਡ ਐਸਟਰਾਜੈਨਿਕਾ ਦੀ ਜਿਹੜੀ ਵੈਕਸੀਨ ਹੈ, ਕੁਝ ਦੇਸ਼ਾਂ 'ਚ 70% ਆਇਆ। ਸੋ ਕੁੱਲ ਮਿਲਾ ਕੇ ਦੇਖੋ ਵੈਕਸੀਨ, ਇੱਕ ਗੱਲ ਹੋਰ ਹੈ, ਅਸੀਂ ਇਹ 30 ਕਰੋੜ ਵਾਲਾ ਫਿਗਰ ਕਿਉਂ ਚੁਣਿਆ ਇਹਦੇ ਬਾਰੇ ਅਸੀਂ ਚਰਚਾ ਕਰ ਲੈਂਦੇ ਹਾਂ ਜੀ। 30 ਕਰੋੜ ਦਾ ਜਿਹੜਾ ਫਿਗਰ ਹੈ ਉਸ ਚੁੱਕਣ ਉਹ ਕਰੋੜ ਇੱਕ ਲੈਣ ਦਾ ਇੱਕ ਇਹਦਾ ਖਾਸ ਕਾਰਨ ਹੈ। ਇੱਕ ਤਾਂ ਇਹ ਕਾਰਨ ਹੈ ਕਿ ਹਲੇ ਤੱਕ ਅਵੇਲੇਬਿਲਟੀ ਸਾਡੇ ਕੋਲ 30 ਕਰੋੜ ਡੋਜ਼ਾਂ ਦੀ ਹੈ। ਨੰਬਰ 2, ਜਿਹਨੂੰ ਵੀ ਇਹ ਵੈਕਸੀਨ ਲੱਗੇਗੀ ਉਦੋਂ 2 ਡੋਜ਼ੇਜ਼ ਲੱਗਣੀਆਂ। ਇੱਕ ਪਹਿਲੀ ਡੋਜ਼ ਜੇ ਅੱਜ ਲੱਗਦੀ ਹੈ ਤੇ ਅੱਜ ਤੋਂ 4 ਹਫ਼ਤੇ ਬਾਅਦ ਦੂਜੀ ਡੋਜ਼ ਲੱਗੇਗੀ। ਉਹ 4 ਹਫ਼ਤੇ ਜਾਂ ਉਹਨੂੰ ਥੋੜਾ ਜਿਹਾ ਲਿੰਗਰ ਹੋਣ, ਹਲੇ ਇਹਦਾ ਫਾਈਨਲ ਡਿਸੀਜਨ ਹੋਣਾ ਬਾਕੀ ਹੈ ਕਿ 4 ਹਫ਼ਤੇ ਬਾਅਦ ਹੀ ਲੱਗੇਗੀ ਜਾਂ ਉਹਨੂੰ ਅਸੀਂ ਐਕਸਟੈਂਡ 1 ਜਾਂ 2 ਮਹੀਨੇ ਹੋਰ ਕਰ ਸਕਦੇ ਹਾਂ। ਜੇ ਸਾਡੇ ਕੋਲ ਵੈਕਸੀਨਾਂ ਘਟ ਗਈਆਂ ਤੇ ਅਸੀਂ ਇਹ ਵੀ ਇੱਕ ਤਰੀਕਾ ਅਪਣਾਇਆ ਜਾ ਸਕਦਾ। ਇਹਦੇ ਬਾਰੇ ਹਲੇ ਸਾਇੰਟਿਸਟ ਰਿਸਰਚ ਕਰ ਰਹੇ ਨੇ। ਚੱਲਦੇ ਡਾਕਟਰ ਸਾਹਿਬ ਇੱਕ ਆਖਰੀ ਸਵਾਲ, ਕੀ ਤੁਹਾਨੂੰ ਉਮੀਦ ਹੈ ਇਸ ਵੈਕਸੀਨ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਵੈਕਸੀਨ ਤੇ ਪੂਰੀ ਉਮੀਦ ਹੈ। ਵੈਕਸੀਨ ਦੇ ਰਾਹੀਂ ਹਰਡ ਇਮਿਊਨਿਟੀ ਸਾਡਾ ਇਹ ਟਾਰਗੇਟ ਹੈ। ਭਾਰਤ 'ਚ ਹਰਡ ਇਮਿਊਨਿਟੀ ਲਿਆਉਣਾ ਵੈਕਸੀਨ ਦੇ ਰਾਹੀਂ ਟਾਰਗੇਟ ਹੈ। ਤੇ ਵੱਖਰੇ ਸੀਰੋ ਸਰਵੇਲੈਂਸ ਦੇ ਜਿਹੜੇ ਸਰਵੇ ਹੋਏ ਸੀਗੇ ਭਾਰਤ 'ਚ, ਉਹਦੇ 'ਚ ਔਨ ਐਨ ਐਵਰੇਜ 30% ਤੋਂ 40% ਭਾਰਤੀ ਲੋਕਾਂ ਨੂੰ ਆਲਰੇਡੀ ਅਸੀਂ ਕਰੋਨਾ ਸੰਕਰਮਿਤ ਹੋ ਚੁੱਕੇ ਹਾਂ। ਤੇ ਸਾਨੂੰ ਜੇ ਇਹ 30 ਕਰੋੜ ਨੂੰ ਵੈਕਸੀਨ ਲੱਗ ਜਾਂਦੀ ਹੈ ਤੇ ਅਸੀਂ 60% ਜਨਤਾ ਨੂੰ ਜਿਹੜਾ ਟਾਰਗੇਟ ਹੈ ਉਹ ਅਸੀਂ ਪੂਰਾ ਕਰ ਲਾਂਗੇ। 60% ਜਨਤਾ ਨੂੰ ਇਮਿਊਨਿਟੀ ਡਿਵੈਲਪ ਹੋ ਜਾਏਗੀ ਤੇ ਅਸੀਂ ਹਰਡ ਇਮਿਊਨਿਟੀ 'ਚ ਆ ਜਾਵਾਂਗੇ। ਹਰਡ ਇਮਿਊਨਿਟੀ 'ਚ ਆਉਣ ਦਾ ਇਹ ਮਤਲਬ ਹੈ ਕਿ ਅੱਜ ਤੋਂ 6 ਮਹੀਨੇ ਬਾਅਦ ਅਸੀਂ ਕਰੋਨਾ ਦੀ ਆਜ਼ਾਦੀ ਦਿਹਾੜਾ ਮਨਾ ਰਹੇ ਹੋਵਾਂਗੇ। ਜੇ ਸਭ ਕੁਝ ਇਸੇ ਤਰ੍ਹਾਂ ਹੀ ਚੱਲੇਗਾ ਜੋ ਅਸੀਂ ਸੋਚਿਆ, ਜੋ ਭਾਰਤ ਸਰਕਾਰ ਨੇ ਪਲਾਨ ਕੀਤਾ, ਤੇ ਅੱਜ ਤੋਂ 6 ਮਹੀਨੇ ਬਾਅਦ ਇਹ ਵੈਕਸੀਨ, ਇਹ ਜਿਹੜਾ ਵਾਇਰਸ ਹੈ ਇਹ ਬੈਕਫੁੱਟ ਤੇ ਚਲਾ ਜਾਏਗਾ ਜੀ। ਔਰ ਅਸੀਂ ਲੋਕ ਜਿੱਦਾਂ ਬਾਕੀ ਬਿਮਾਰੀਆਂ, ਜਿੱਦਾਂ ਸਵਾਈਨ ਫਲੂ ਹੈ, ਜਿੱਦਾਂ ਡੇਂਗੀ ਹੈ, ਜਿੱਦਾਂ ਬਾਕੀ ਹੋਰ ਬਿਮਾਰੀਆਂ, ਇਹ ਕਰੋਨਾ ਵਾਇਰਸ ਵੀ ਉੱਦਾਂ ਹੀ ਰਹਿ ਜਾਏਗਾ, ਖਤਮ ਨਹੀਂ ਹੋਏਗਾ। ਜਿਹੜਾ ਵੀ ਵਾਇਰਸ ਆ ਗਿਆ ਇੱਕ ਵਾਰੀ ਉਹ ਜਾਂਦਾ ਨਹੀਂ ਹੈ, ਲੇਕਿਨ ਬੈਕਫੁੱਟ ਤੇ ਚਲਾ ਜਾਂਦਾ ਹੈ। ਔਰ ਅਸੀਂ ਕਰੋਨਾ ਤੋਂ ਆਜ਼ਾਦੀ ਦਿਹਾੜਾ ਇੱਥੇ ਬੈਠ ਕੇ ਹੀ ਦੁਬਾਰਾ 6 ਮਹੀਨੇ ਬਾਅਦ ਮਨਾਵਾਂਗੇ। ਜੀ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਇਹ ਸਨ ਡਾਕਟਰ HK ਖਰਵੰਦਾ ਜੀ, ਜਿਨ੍ਹਾਂ ਨੇ ਬਹੁਤ ਹੀ ਸਕਾਰਾਤਮਕ ਤਰੀਕੇ ਨਾਲ ਭਾਰਤ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਵੈਕਸੀਨ ਆ ਚੁੱਕੀ ਹੈ। ਵੈਕਸੀਨ ਜੇਕਰ ਕੋਈ ਪ੍ਰਭਾਵਿਤ ਹੈ ਕਰੋਨਾ ਤੋਂ, ਉਹਨੂੰ ਲਗਵਾਉਣੀ ਚਾਹੀਦੀ ਹੈ। ਭਵਿੱਖ ਦੇ ਵਿੱਚ ਨਤੀਜੇ ਸਕਾਰਾਤਮਕ ਹੋਣਗੇ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ। ਉਮੀਦ ਹੈ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਫਲਤਾ ਵੱਲ ਹੋਵੇਗਾ। ਭਾਰਤ ਇਸ ਜੋ ਮਹਾਂਮਾਰੀ ਹੈ ਇਹਦੇ ਉੱਪਰ ਆਪਣਾ ਦਬਾਅ ਬਣਾ ਕੇ ਰੱਖੇਗਾ। ਇਹਨੂੰ ਭਵਿੱਖ ਵਿੱਚ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਸਾਹਮਣਾ ਸਹੀ ਢੰਗ ਨਾਲ ਇਸ ਵੈਕਸੀਨ ਦੇ ਰਾਹੀਂ ਹੋ ਸਕਦਾ ਹੈ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।